ਨੈਕਸਟ ਐਕਟੀਵਿਟੀ ਹੈ, ਅਗਰ ਬੱਚਿਓ ਤੁਸੀਂ ਆਪਣੀ ਹਾਈਟ ਮੇਜਰ ਕਰਨੀ ਹੈ, who measured height in handspan, height in centimeter। ਅਗਰ ਤੁਹਾਡੀ ਹਾਈਟ ਹੈ, ਅਗਰ ਆਪਣੇ ਤੁਸੀਂ ਫਰੈਂਡ ਨੂੰ ਕਹੋ ਕਿ ਮੇਰੀ ਹਾਈਟ ਜਿਹੜੀ ਹੈ ਹੈਂਡਸਪੈਨ ਨਾਲ ਮਾਪੋ ਔਰ ਇੰਚ ਟੇਪ ਦੇ ਨਾਲ ਮਾਪੋ, ਤਾਂ ਇੰਚ ਟੇਪ ਦੇ ਨਾਲ ਤੁਹਾਡੀ ਹਾਈਟ ਜਿਹੜੀ ਹੈ ਡਿਫਰੈਂਟ ਆਏਗੀ ਔਰ ਹੈਂਡਸਪੈਨ ਦੇ ਨਾਲ ਕਹਿ ਲਓ 10 ਜਾਂ 15 ਜਿਹੜੀਆਂ ਹਥੇਲੀ ਆਏਗੀ। ਐਸੇ ਤਰੀਕੇ ਅਗਰ ਦੂਸਰੇ ਫਰੈਂਡ ਨੂੰ ਕਹੋ ਤਾਂ ਉਨਦੀ ਜਿਹੜੀ ਹੈਂਡਸਪੈਨ ਜਿਹੜੀਆਂ ਅਲੱਗ ਆਏਗੀ, ਨੰਬਰ ਆਫ ਹੈਂਡਸਪੈਨ, ਹਾਈਟ ਇਨ ਸੈਂਟੀਮੀਟਰ ਸੇਮ ਆਏਗੀ, ਇਹ ਵੀ ਸੇਮ ਆਏਗੀ, ਇਹ ਵੀ ਸੇਮ ਆਏਗੀ, ਕਿਉਂਕਿ ਅਸੀਂ ਇੰਚ ਟੇਪ ਦੇ ਨਾਲ ਮਾਪ ਰਹੇ ਹਾਂ। ਹਾਈਟ ਜਿਹੜੀ ਹੈ ਐਗਜ਼ੈਕਟ ਆਏਗੀ ਤੇ ਇੱਥੇ ਵੀ ਡਿਫਰ ਕਰੇਗੀ, ਇੱਥੇ ਵੀ ਡਿਫਰ ਕਰੇਗੀ। ਸੋ ਆਪਾਂ ਇੱਥੋਂ ਕੀ ਨੋਟ ਕਰਦੇ ਹਾਂ ਕਿ ਜਿਹੜੀ ਅਸੀਂ ਇੰਚ ਟੇਪ ਦੇ ਨਾਲ ਹਾਈਟ ਮੇਜਰ ਕੀਤੀ ਹੈ ਉਹਦੇ ਵਿੱਚ ਕੋਈ ਐਰਰ ਨਹੀਂ ਹੈ। ਸੋ ਇਹਦੇ ਨਾਲ ਮਾਪੀ ਹੋਈ ਜਿਹੜੀ ਹਾਈਟ ਹੈ ਉਹ ਬਿਲਕੁਲ ਐਕੂਰੇਟ ਹੈ। ਸੋ ਹੈਂਡ ਸਪੈਨ ਦਾ ਜਿਹੜਾ ਨਾਲ ਹਾਈਟ ਮਾਪਣਾ ਰੋਂਗ ਹੈ। ਨੈਕਸਟ ਆ ਗਿਆ ਬੱਚਿਓ, measuring the length of a curved line। ਅਗਰ ਅਸੀਂ ਸਟੇਟ ਜਿਸ ਤਰ੍ਹਾਂ ਸਪੋਜ਼ ਇਹ ਲਾਈਨ ਹੈ, ਅਗਰ ਅਸੀਂ ਇਹਨੂੰ ਮੇਜਰ ਕਰਨਾ ਹੋਵੇ ਤਾਂ ਲੈਂਥ ਤਾਂ ਅਸੀਂ ਸਕੇਲ ਨਾਲ ਐਗਜ਼ੈਕਟ ਮੇਜਰ ਕਰ ਸਕਦੇ ਹਾਂ। ਪਰ ਇਹ ਦੇਖੋ ਤੁਸੀਂ ਲਾਈਨ ਜਿਹੜੀ ਹੈ A ਤੋਂ ਲੈ ਕੇ B ਪੋਜੀਸ਼ਨ ਤੱਕ ਇੱਕ ਕਰਵ ਲਾਈਨ ਹੈ। ਆਪਾਂ ਇਹਨੂੰ ਕਿਹਦੇ ਨਾਲ ਮਾਪਾਂਗੇ? ਇੱਕ ਥ੍ਰੈਡ ਲੈ ਕੇ, ਥ੍ਰੈਡ ਦੇ ਨਾਲ ਜਿੱਧਰ ਇਹਦੀ ਸ਼ੇਪ ਜਾਂਦੀ ਹੈ ਅਸੀਂ ਉਧਰ ਮੇਜਰ ਕਰੀ ਜਾਣਾ ਔਰ ਐਂਡ ਦੇ ਵਿੱਚ ਅਸੀਂ ਇਹਨੂੰ ਜਿਹੜੀ ਥ੍ਰੈਡ ਅਸੀਂ ਜਿੰਨਾ ਮੇਜਰ ਕੀਤਾ ਅਸੀਂ ਉਹਨੂੰ ਮੀਟਰ ਸਕੇਲ ਦੇ ਨਾਲ ਫਿਰ ਮਾਪ ਲਾਂਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਕਰਵ ਲਾਈਨ ਜਿਹੜੀ ਹੈ ਉਹ ਮੇਜਰ ਕਰ ਸਕਦੇ ਹਾਂ। ਨੈਕਸਟ ਹੈ ਮੂਵਿੰਗ ਥਿੰਗਸ ਅਰਾਊਂਡ। ਸਾਡੇ ਆਲੇ ਦੁਆਲੇ ਕਿਹੜੀਆਂ ਚੀਜ਼ਾਂ ਮੂਵ ਕਰਦੀਆਂ। ਸਪੋਜ਼ ਤੁਸੀਂ ਆਪਣੇ ਹੀ ਰੂਮ ਦੇ ਵਿੱਚ ਬੈਠੇ ਹੋ ਤਾਂ ਤੁਹਾਡੇ ਕੋਲ ਕੀ ਪਿਆ, ਜਾਂ ਆਪਣੇ ਕਲਾਸਰੂਮ 'ਚ ਬੈਠੇ ਹੋ, ਸਕੂਲ ਬੈਗ ਪਿਆ, ਮੋਸਕੀਟੋ ਹੈ, ਟੇਬਲ ਹੈ, ਔਰ ਕੋਈ ਬਾਹਰ ਦੇਖਦੇ ਹੋ ਤਾਂ ਬਟਰਫਲਾਈ, ਡੌਗ, ਕਾਓ, ਤੁਹਾਡੇ ਆਲੇ ਦੁਆਲੇ ਕਿੰਨੀਆਂ ਚੀਜ਼ਾਂ ਨੇ। ਅਗਰ ਤੁਸੀਂ ਦੇਖੋ ਕਿ ਇਹਨਾਂ ਵਿੱਚੋਂ ਕਿਹੜੀ ਰੈਸਟ ਪੋਜੀਸ਼ਨ 'ਚ ਹੈ ਤੇ ਕਿਹੜੀ ਮੂਵ ਕਰ ਰਹੀ ਹੈ। ਆਬਜੈਕਟ ਕਿਹੜੀਆਂ ਤੁਸੀਂ ਦੇਖੋਗੇ ਕਿ ਰੈਸਟ ਹੈ, ਹਾਊਸ ਜਿਹੜਾ ਹੈ ਉਹ ਰੈਸਟ ਪੋਜੀਸ਼ਨ 'ਚ ਹੈ, ਟੇਬਲ ਰੈਸਟ ਪੋਜੀਸ਼ਨ 'ਚ ਹੈ, ਕਲੋਕ ਰੈਸਟ ਪੋਜੀਸ਼ਨ 'ਚ ਹੈ, ਤੇ ਮੋਸ਼ਨ ਕਿੰਨਾ ਦੀ ਹੋ ਰਹੀ ਹੈ? ਬਰਡ ਦੀ ਮੋਸ਼ਨ ਹੋ ਰਹੀ ਹੈ, ਸੈਕਿੰਡ ਹੈਂਡਸ ਆਫ ਕਲੋਕ ਉਹ ਮੋਸ਼ਨ ਕਰ ਰਿਹਾ ਹੈ। ਬੱਚਿਓ ਦੇਖੋ ਕਲੋਕ ਜਿਹੜਾ ਦੀਵਾਰ ਤੇ ਲੱਗਾ ਉਹ ਤਾਂ ਰੈਸਟ ਪੋਜੀਸ਼ਨ 'ਚ ਹੈ, ਪਰ ਉਹਦੀਆਂ ਕੀ ਗਤੀ ਕਰ ਰਹੀਆਂ ਨੇ? ਉਹਦੀਆਂ ਅੰਦਰਲੀਆਂ ਸੂਈਆਂ ਆਪਸ ਦੇ ਵਿੱਚ ਜਿਹੜੀਆਂ ਉਹਨਾਂ ਦੇ ਵਿੱਚ ਮੂਵਮੈਂਟ ਜਿਹੜੀ ਹੈ ਹੋ ਰਹੀ ਹੈ। ਤੁਸੀਂ ਕਿਸ ਤਰ੍ਹਾਂ ਡਿਸਾਈਡ ਕਰ ਸਕਦੇ ਹੋ ਕਿ ਕੋਈ ਆਬਜੈਕਟ ਜਿਹੜੀ ਆ ਮੋਸ਼ਨ 'ਚ ਪਈ ਹੈ ਜਾਂ ਕੋਈ ਰੈਸਟ ਦੇ ਵਿੱਚ ਪਈ ਹੈ। ਫੋਰ ਐਗਜ਼ਾਮਪਲ ਅਸੀਂ ਲਈਏ ਮੋਸ਼ਨ ਆਫ ਐਨ ਆਂਟ। ਐਕਟੀਵਿਟੀ ਕਰਦੇ ਹਾਂ ਕਿ ਅਗਰ ਅਸੀਂ ਇੱਕ ਪੇਪਰ ਦੇ ਵਿੱਚ ਵਿਛਾ ਦਈਏ ਔਰ ਉਹਦੇ ਤੇ ਕੁਝ ਅਸੀਂ ਸ਼ੂਗਰ ਦੇ ਜਿਹੜੇ ਆ ਕ੍ਰਿਸਟਲਸ ਪਏ ਨੇ, ਸ਼ੂਗਰ ਦਿਖਾ ਦਈਏ ਤਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਆਂਟਸ ਹੈ ਕਿਸ ਤਰ੍ਹਾਂ ਕਿੱਧਰ ਪੋਜੀਸ਼ਨ ਹੋ ਜਾਂਦੀਆਂ ਨੇ। ਜਿੱਧਰ ਕੋਈ ਆਂਟ ਜਾ ਰਹੀ ਹੈ ਤੁਸੀਂ ਉੱਥੇ ਨਿਸ਼ਾਨ ਲਗਾਈ ਜਾਓ ਔਰ ਉਸ ਤੋਂ ਬਾਅਦ ਜਿਹੜੀ ਆਪਾਂ ਮੋਸ਼ਨ ਜਿਹੜੀ ਆਂਟ ਨੇ ਕੀਤੀ ਹੈ ਉਹਦੇ ਪੁਆਇੰਟਸ ਦੇ ਅਕੋਰਡਿੰਗ ਅਸੀਂ ਮੇਜਰ ਕਰ ਸਕਦੇ ਹਾਂ ਕਿ ਇਹਨਾਂ ਦੀ ਮੋਸ਼ਨ ਕਿੱਥੋਂ ਦੇ ਕਿੱਥੋਂ ਤੱਕ ਜਿਹੜੀ ਹੈ ਹੋਈ ਹੈ। ਤੁਸੀਂ ਘਰ ਦੇ ਵਿੱਚ ਦੇਖਦੇ ਹੋ ਕਲੋਕ ਜਿਹੜੀ ਹੈ ਉਹ ਵੈਸੇ ਤੇ ਇੱਕ ਥਾਂ ਤੇ ਸਟਿਲ ਹੈ, ਲੇਕਿਨ ਉਹਦੀਆਂ ਅੰਦਰਲੀਆਂ ਸੂਈਆਂ ਜਿਹੜੀਆਂ ਨੇ ਉਹ ਮੂਵ ਕਰ ਰਹੀਆਂ ਨੇ। ਸੂਇੰਗ ਮਸ਼ੀਨ ਦੇ ਵਿੱਚ ਜਿਹੜੀ ਹੈ ਨੀਡਲ ਹੈ ਉਹ ਚੱਲ ਰਹੀ ਹੈ ਉੱਪਰ ਥੱਲੇ ਨੂੰ। ਐਸਾ ਜਿਹੜਾ ਹੈ ਉਹ ਆਪਣੀ ਮੋਸ਼ਨ ਜਿਹੜੀ ਹੈ ਸਰਕੂਲਰ ਮੋਸ਼ਨ ਜਿਹੜੀ ਹੈ ਕਰ ਰਿਹਾ। ਹੁਣ ਅੱਜ ਅਸੀਂ ਪੜਾਂਗੇ ਟਾਈਪਸ ਆਫ ਮੋਸ਼ਨ, ਗਤੀ ਦੀਆਂ ਕਿਸਮਾਂ। ਬੱਚਿਓ ਤੁਸੀਂ ਦੇਖ ਰਹੇ ਹੋ ਬੱਸਾਂ ਜਾ ਰਹੀਆਂ ਨੇ ਰੋਡ ਦੇ ਉੱਤੇ, ਬਿਲਕੁਲ ਸਟ੍ਰੇਟ ਮੋਸ਼ਨ ਦੇ ਵਿੱਚ ਨੇ, ਜਾਂ ਇਹ ਮਾਰਚ ਪਾਸ ਕਰ ਰਹੇ ਨੇ ਆਰਮੀ ਆਫੀਸਰ। ਇਹਨਾਂ ਨੂੰ ਆਪਾਂ ਕਿਹੜੀ ਮੋਸ਼ਨ? ਸਟ੍ਰੇਟ ਮੋਸ਼ਨ ਨੂੰ ਆਪਾਂ ਰੈਕਟੀਲੀਨੀਅਰ ਮੋਸ਼ਨ ਵੀ ਕਹਿੰਦੇ ਆ। ਰੈਕਟੀਲੀਨੀਅਰ ਦੀ ਮੋਸ਼ਨ ਹੈ ਕਿ ਜਿਹੜੀ ਕੋਈ ਆਬਜੈਕਟ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਆ? ਰੈਕਟੀਲੀਨੀਅਰ ਮੋਸ਼ਨ। ਨੈਕਸਟ ਅਗਰ ਅਸੀਂ ਇੱਕ ਥ੍ਰੈਡ ਲੈ ਲਈਏ, ਉਹਦੇ ਤੇ ਆਪਾਂ ਸਟੋਨ ਬੰਨ ਲਈਏ ਔਰ ਉਹਨੂੰ ਸਰਕੂਲਰ ਮੋਸ਼ਨ ਦੇ ਵਿੱਚ ਘੁਮਾਈਏ ਜਾਂ ਸਰਕੂਲਰ ਪਾਥ ਦੇ ਵਿੱਚ ਘੁਮਾਈਏ ਤਾਂ ਉਹ ਕਿਹੜੀ ਮੋਸ਼ਨ ਹੋ ਜਾਏਗੀ? ਸਰਕੂਲਰ ਮੋਸ਼ਨ ਦੇ ਵਿੱਚ। The distance of the stone from your hand remains the same and this type is called the circular motion।
ਇਹ ਦੇਖੋ ਟੀਮਾਂ ਜਿਹੜੀਆਂ ਚੱਲ ਰਹੀਆਂ ਨੇ ਇਹ ਕਿਹੜੀ ਮੋਸ਼ਨ ਦੇ ਵਿੱਚ ਚੱਲ ਰਹੀਆਂ ਨੇ, ਸਰਕੂਲਰ ਮੋਸ਼ਨ ਦੇ ਵਿੱਚ ਚੱਲ ਰਹੀਆਂ ਨੇ। ਔਰ ਕੋਈ ਇੱਕ ਐਗਜ਼ਾਮਪਲ ਹੈ, ਦੇਖੋ ਫੈਨ ਹੈ, ਇਹ ਕਿਹੜੀ ਮੋਸ਼ਨ ਦੇ ਵਿੱਚ ਹੈ। ਇਹ ਆਮ ਤੌਰ ਤੇ ਵਿੰਡ ਜਿਹੜੀ ਹੈ ਮੇਜਰ ਕਰਦਾ ਹੈ ਕਿ ਕਿੱਧਰ ਦੀ ਜਿਹੜੀ ਹਵਾ ਚੱਲ ਰਹੀ ਹੈ ਉਹ ਕਿਹੜੀ ਹੈ, ਸਰਕੂਲਰ ਮੋਸ਼ਨ ਦੇ ਵਿੱਚ। ਔਰ ਜਿਹੜੀਆਂ ਘੜੀ ਦੀਆਂ ਸੂਈਆਂ ਉਹ ਵੀ ਕਿਹੜੀ ਮੋਸ਼ਨ ਦੇ ਵਿੱਚ ਚੱਲਦੀਆਂ ਨੇ, ਸਰਕੂਲਰ ਮੋਸ਼ਨ ਦੇ ਵਿੱਚ ਚੱਲਦੀਆਂ ਨੇ। ਬੱਚੋ ਇਹ ਤੁਸੀਂ ਦੇਖ ਰਹੇ ਹੋ ਕਿ ਝੂਲਾ ਲੈ ਰਹੀ ਹੈ ਬੱਚਾ, ਇਹ ਇੱਥੇ ਇੱਕ ਥਾਂ ਤੇ ਸਟਿਲ ਹੈ ਔਰ ਇਹ ਕਿਹੜੀ ਜਾ ਰਹੀ ਹੈ, ਕਦੀ ਅੱਗੇ ਨੂੰ ਕਦੀ ਪਿੱਛੇ ਨੂੰ, ਬਾਰ-ਬਾਰ ਟੂ ਐਂਡ ਫਰੋ ਮੋਸ਼ਨ ਨੂੰ ਬੱਚੋ ਆਪਾਂ ਕਹਿੰਦੇ ਆ ਪੀਰੀਓਡਿਕ ਮੋਸ਼ਨ, ਜਿਹੜੀ ਆਪਣੀ ਥਾਂ ਤੇ ਫਿਰ ਬਾਰ-ਬਾਰ ਰਿਪੀਟ ਹੋਵੇ। ਆਬਜੈਕਟ ਰਿਪੀਟ ਇਟਸ ਮੋਸ਼ਨ ਆਫਟਰ ਸਮ ਟਾਈਮ ਐਂਡ ਦਿਸ ਮੋਸ਼ਨ ਇਜ਼ ਕਾਲਡ ਦਾ ਪੀਰੀਓਡਿਕ ਮੋਸ਼ਨ। ਸੋ ਪੀਰੀਓਡਿਕ ਮੋਸ਼ਨ ਜਿਹੜੀ ਚੀਜ਼ ਬਾਰ-ਬਾਰ ਆਪਣੀ ਥਾਂ ਤੋਂ ਮੂਵ ਕਰੇ ਉਹਨਾਂ ਨੂੰ ਆਪਾਂ ਪੀਰੀਓਡਿਕ ਮੋਸ਼ਨ ਕਹਿੰਦੇ ਆ। ਜਿਸ ਤਰ੍ਹਾਂ ਤੁਸੀਂ ਇਹ ਝੂਲੇ ਦੀ ਦੇਖੀ ਐਗਜ਼ਾਮਪਲ, ਕਲੋਕ ਦੇਖ ਰਹੇ ਹੋ, ਇਹਨਾਂ ਦੀਆਂ ਜਿਹੜੀਆਂ ਬੱਚੋ ਸੂਈਆਂ ਜਿਹੜੀਆਂ ਨੇ ਸਰਕੂਲਰ ਮੋਸ਼ਨ ਕਰ ਰਹੀਆਂ ਨੇ, ਲੇਕਿਨ ਇਹਦਾ ਪੈਂਡਲਮ ਟੂ ਐਂਡ ਫਰੋ ਮੋਸ਼ਨ ਦੇ ਵਿੱਚ ਹੈ, ਇੱਧਰ ਉੱਧਰ ਗਤੀ ਕਰਦਾ ਹੈ, ਤਾਂ ਇਹ ਕਿਹੜੀ ਮੋਸ਼ਨ ਆ ਗਈ, ਪੀਰੀਓਡਿਕ ਮੋਸ਼ਨ ਆ ਗਈ। ਗਿਟਾਰ ਨੂੰ ਅਸੀਂ ਉੱਪਰ ਥੱਲੇ ਕਰਦੇ ਆ, ਐਸੇ ਤਰੀਕੇ ਦੇ ਨਾਲ ਬੈਲ ਜਿਹੜੀ ਹੈ ਉਹ ਅਸੀਂ ਇੱਥੋਂ ਮੂਵ ਕਰਦੇ ਆ, ਤਾਂ ਇਹ ਕਿਹੜੀ ਐਗਜ਼ਾਮਪਲ ਹੈ ਪੀਰੀਓਡਿਕ ਮੋਸ਼ਨ ਦੀ। ਔਰ ਜਿਹੜੀ ਤਬਲੇ ਦਾ ਜਿਹੜਾ ਡਰਮ ਹੈ ਇਹ ਵੀ ਕਿਹੜੀ ਮੋਸ਼ਨ ਆ ਗਈ ਬੱਚੋ, ਪੀਰੀਓਡਿਕ ਮੋਸ਼ਨ ਆ ਗਈ। ਇਹ 5 ਐਗਜ਼ਾਮਪਲ ਜਿਹੜੀਆਂ ਨੇ ਪੀਰੀਓਡਿਕ ਮੋਸ਼ਨ ਦੀਆਂ ਨੇ। ਪਰ ਕੁਝ ਜਿਹੜੀਆਂ ਐਗਜ਼ਾਮਪਲਸ ਕਹਿੰਦੇ, ਜਿਸ ਤਰ੍ਹਾਂ ਆਪਾਂ ਸੂਇੰਗ ਮਸ਼ੀਨ ਦੀ ਐਗਜ਼ਾਮਪਲ ਲਿੱਤੀ ਸੀ, ਸੂਈ ਜਿਹੜੀ ਹੈ ਮਸ਼ੀਨ ਦੀ ਉੱਪਰ ਥੱਲੇ ਨੂੰ ਆਉਂਦੀ ਹੈ, ਪਰ ਜਿਹੜੇ ਮਸ਼ੀਨ ਦੇ ਜਿਹੜੇ ਵੀਲ ਹੈ ਉਹ ਕਿਹੜੀ ਮੋਸ਼ਨ ਦੇ ਵਿੱਚ ਹੁੰਦੇ ਨੇ, ਸਰਕੂਲਰ ਮੋਸ਼ਨ ਦੇ ਵਿੱਚ ਹੈ। ਤੇ ਇੱਥੇ ਦੋ ਮੋਸ਼ਨਸ ਜਿਹੜੀਆਂ ਨੇ ਇਕੱਠੀਆਂ ਚੱਲ ਰਹੀਆਂ ਨੇ, ਕਿਹੜੀ ਕਿਹੜੀ ਚੱਲ ਰਹੀ ਹੈ, ਪੀਰੀਓਡਿਕ ਮੋਸ਼ਨ ਐਂਡ ਸਰਕੂਲਰ ਮੋਸ਼ਨ, ਦੋਨੋਂ ਮੋਸ਼ਨ ਇਕੱਠੀਆਂ ਚੱਲ ਰਹੀਆਂ ਨੇ। ਇੱਕ ਹੋਰ ਐਗਜ਼ਾਮਪਲ ਆ, ਅਗਰ ਅਸੀਂ ਬਾਲ ਨੂੰ ਆਪਾਂ ਗਰਾਊਂਡ ਤੇ ਸੁੱਟੀਏ ਤਾਂ ਬਾਲ ਜਿਹੜਾ ਹੈ ਉਹ ਅੱਗੇ ਵੱਲ ਨੂੰ ਵੱਧਦਾ ਹੈ ਤੇ ਉਹਦੀਆਂ ਦੋ ਮੋਸ਼ਨਸ ਹੋ ਜਾਣਗੀਆਂ, ਰੈਕਟੀਲੀਨੀਅਰ ਮੋਸ਼ਨ ਐਜ਼ ਵੈਲ ਐਜ਼ ਦਾ ਰੋਟੇਸ਼ਨਲ ਮੋਸ਼ਨ। ਇਸ ਤਰੀਕੇ ਦੇ ਨਾਲ ਹੋਰ ਵੀ ਐਗਜ਼ਾਮਪਲਸ ਕਾਫੀ ਨੇ ਜਿਨ੍ਹਾਂ ਦੇ ਵਿੱਚ 2 ਜਾਂ 3 ਮੋਸ਼ਨ ਜਿਹੜੀਆਂ ਨੇ ਉਹ ਇਕੱਠੀਆਂ ਚੱਲਦੀਆਂ ਨੇ। ਹਾਂਜੀ ਬੱਚੋ, ਇਹ ਕੀਵਰਡਸ ਨੇ। ਸਰਕੂਲਰ ਮੋਸ਼ਨ ਮੈਂ ਦੱਸਿਆ, ਜਿਹੜੀ ਚੱਕਰਾਕਾਰ ਗਤੀ ਗੋਲ ਗੋਲ ਘੁੰਮੇ ਉਹਨੂੰ ਆਪਾਂ ਸਰਕੂਲਰ ਮੋਸ਼ਨ ਕਹਿੰਦੇ ਆ। ਡਿਸਟੈਂਸ ਆਪਾਂ ਦੂਰੀ ਨੂੰ ਕਹਿੰਦੇ ਆ, ਮੇਜਰਮੈਂਟ ਆਪਾਂ ਮਾਪਨੇ ਨੂੰ ਕਹਿੰਦੇ ਆ। ਮੋਸ਼ਨ ਗਤੀ ਹੈ, ਪੀਰੀਓਡਿਕ ਮੋਸ਼ਨ ਜਿਹੜੀ ਇੱਧਰ ਤੋਂ ਉੱਧਰ ਗਤੀ ਕਰੇ ਉਹਨਾਂ ਨੂੰ ਆਪਾਂ ਪੀਰੀਓਡਿਕ ਮੋਸ਼ਨ ਕਹਿੰਦੇ ਆ। ਰੈਕਟੀਲੀਨੀਅਰ ਮੋਸ਼ਨ ਜਿਹੜੀ ਸਟ੍ਰੇਟ ਜਾਵੇ, ਸਟ੍ਰੇਟ ਗਤੀ ਕਰੇ, ਉਹਨਾਂ ਨੂੰ ਆਪਾਂ ਰੈਕਟੀਲੀਨੀਅਰ ਮੋਸ਼ਨ ਕਹਿੰਦੇ ਆ। ਯੂਨਿਟਸ ਜਿਸ ਦੇ ਵਿੱਚ ਅਸੀਂ ਕਿਸੇ ਚੀਜ਼ ਨੂੰ ਮਾਪਦੇ ਆ, ਉਹਦੀਆਂ ਸਟੈਂਡਰਡ ਯੂਨਿਟ ਜਿਹੜੀਆਂ ਨੇ, ਇੰਟਰਨੈਸ਼ਨਲ ਸਟੈਂਡਰਡ ਯੂਨਿਟਸ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ। ਤੇ ਯੂਨਿਟਸ ਆਫ ਮੇਜਰਮੈਂਟ ਦੱਸਿਆ ਕਿ ਕਿਹਦੇ ਵਿੱਚ ਅਸੀਂ ਕਿਸ ਚੀਜ਼ ਨੂੰ ਮਾਪਦੇ ਹਾਂ। ਨੈਕਸਟ ਆਪਾਂ ਸਮਰੀ ਵੱਲ ਚੱਲਦੇ ਹਾਂ। ਫਸਟ ਪੁਆਇੰਟ ਹੈ ਕਿ ਡਿਫਰੈਂਟ ਜਿੰਨੇ ਵੀ ਆਵਾਜਾਈ ਦੇ ਸਾਧਨ ਹੈ ਅਸੀਂ ਯੂਜ਼ ਕਰਦੇ ਹਾਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ। ਐਂਸ਼ੀਅੰਟ ਟਾਈਮ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਕਿਹਦਾ ਇਸਤੇਮਾਲ ਕਰਦੇ ਸੀ, ਫੁੱਟ ਦੀ ਲੰਬਾਈ ਦਾ ਔਰ ਉਂਗਲੀ ਦੀ ਚੜਾਈ ਦਾ ਇਸਤੇਮਾਲ ਕਰਦੇ ਸੀ। ਪਰ ਇਹ ਪਰਸਨ ਟੂ ਪਰਸਨ ਡਿਫਰ ਕਰਦੀਆਂ ਸੀ, ਇਸ ਕਰਕੇ ਬਹੁਤ ਸਾਰੀਆਂ ਕਨਫਿਊਜ਼ਨ ਹੁੰਦੀਆਂ ਸੀਗੀਆਂ, ਜਿਸ ਕਰਕੇ ਸਾਨੂੰ ਕਿਹਦੀ ਲੋੜ ਪਈ, ਇੱਕ ਯੂਨੀਫਾਰਮ ਸਿਸਟਮ ਆਫ ਮੇਜਰਮੈਂਟ ਦੀ ਜਿਹੜੀ ਲੋੜ ਪਈ। ਹੁਣ ਅਸੀਂ ਜਿਹੜਾ ਇਸਤੇਮਾਲ ਕਰਦੇ ਹਾਂ ਉਹ ਕੀ ਕਰਦੇ ਆ, ਇੰਟਰਨੈਸ਼ਨਲ ਸਿਸਟਮ ਆਫ ਯੂਨਿਟ, ਜਿਹਨੂੰ ਅਸੀਂ ਐਸਆਈ ਯੂਨਿਟ ਵੀ ਕਹਿੰਦੇ ਆ। ਔਰ ਇਹ ਸਾਰੇ ਆਲ ਓਵਰ ਵਰਲਡ ਦੇ ਵਿੱਚ ਸੇਮ ਹੈ। ਮੀਟਰ ਦੀ ਜਿਹੜੀ ਯੂਨਿਟ ਹੈ ਮੀਟਰ ਇਜ਼ ਅ ਯੂਨਿਟ ਆਫ ਲੈਂਥ ਇਨ ਐਸਆਈ ਯੂਨਿਟ ਹੈ। ਅਗਰ ਸਟ੍ਰੇਟ ਲਾਈਨ ਦੇ ਵਿੱਚ ਕੋਈ ਚੀਜ਼ ਗਤੀ ਕਰਦੀ ਹੈ ਤਾਂ ਅਸੀਂ ਉਹਨੂੰ ਕਿਹੜੀ ਮੋਸ਼ਨ ਕਹਿੰਦੇ ਆ, ਰੈਕਟੀਲੀਨੀਅਰ ਮੋਸ਼ਨ। ਸਰਕੂਲਰ ਮੋਸ਼ਨ ਦੇ ਵਿੱਚ ਜਿਹੜੀ ਹੈ ਆਬਜੈਕਟ ਜਿਹੜੀ ਹੈ ਇੱਕ ਫਿਕਸਡ ਪੁਆਇੰਟ ਤੇ ਹੀ ਰਹਿੰਦੀ ਹੈ। ਨੈਕਸਟ ਇਜ਼ ਮੋਸ਼ਨ, ਜਿਹੜੀ ਹੈ ਗਤੀ ਜਿਹੜੀ ਹੈ ਅਗਰ ਰਿਪੀਟ ਕਰੇ ਆਫਟਰ ਸਮ ਟਾਈਮ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ, ਪੀਰੀਓਡਿਕ ਮੋਸ਼ਨ। ਫਰਸਟ ਕੁਐਸਚਨ ਹੈ, ਗਿਵ 2 ਐਗਜ਼ਾਮਪਲ ਈਚ ਆਫ ਮੋਡ ਆਫ ਟਰਾਂਸਪੋਰਟ ਯੂਜ਼ਡ ਔਨ ਲੈਂਡ, ਵਾਟਰ ਐਂਡ ਏਅਰ। ਹਾਂਜੀ ਬੱਚਿਓ, ਅਸੀਂ ਮੋਡ ਆਫ ਟਰਾਂਸਪੋਰਟ ਦੱਸਣਾ ਹੈ। लैंड से बच्चे चल रहे हैं बस, कार, और वाटर से चलते हैं अपने को बोट, शिप,
ਸਟੀਮਰ ਔਰ 에ਅਰ ਦੇ ਵਿੱਚ ਆਪਣੇ ਕੋਲ ਚੱਲਦੇ ਆ ਐਰੋਪਲੇਨ ਤੇ ਹੈਲੀਕਾਪਟਰ। ਬਲੈਂਕਸ 1 ਮੀਟਰ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਜੀ 100 ਸੈਂਟੀਮੀਟਰ। 5 ਕਿਲੋਮੀਟਰ ਦੇ ਵਿੱਚ 5000 ਮੀਟਰ। ਮੋਸ਼ਨ ਆਫ ਅ ਚਾਈਲਡ ਔਨ ਅ ਸਵਿੰਗ, ਜਿਹੜਾ ਬੱਚਾ ਝੂਟਾ ਲੈ ਰਿਹਾ ਤਾਂ ਉਹਦੀ ਮੋਸ਼ਨ ਕਿਹੜੀ ਹੋ ਜਾਏਗੀ ਪੀਰੀਓਡਿਕ ਮੋਸ਼ਨ। ਮੋਸ਼ਨ ਆਫ ਅ ਨੀਡਲ ਆਫ ਸewing machine is also a periodic motion। ਮੋਸ਼ਨ ਆਫ ਅ ਵੀਲ ਆਫ ਅ ਬਾਈਸਾਈਕਲ, ਵੀਲ ਤੋਂ ਹੀ ਬੱਚੋਂ ਪਤਾ ਚੱਲਣਾ ਚਾਹੀਦਾ ਹੈ ਕਿ ਸਰਕੂਲਰ ਮੋਸ਼ਨ ਚ ਹੁੰਦਾ ਹੈ ਤਾਂ ਇੱਥੇ ਕਿਹੜੀ ਆ ਜਾਏਗੀ ਸਰਕੂਲਰ ਮੋਸ਼ਨ। ਨੈਕਸਟ ਕੁਐਸਚਨ ਹੈ ਕਿ ਵਾਈ ਕੈਨ ਅ ਪੇਸ ਔਰ ਅ ਫੁੱਟਸਟੈਪ ਕੈਨ not be used as a standard unit of length। ਆਪਾਂ ਫੁੱਟਸਟੈਪ ਔਰ ਪੇਸ ਨੂੰ ਸਟੈਂਡਰਡ ਯੂਨਿਟ ਨੇ ਕਿਉਂ ਨਹੀਂ ਲੈਂਦੇ, ਕਿਉਂਕਿ ਇਹ ਸਾਰੇ ਪਰਸਨ ਟੂ ਪਰਸਨ ਡਿਫਰ ਕਰਦੀ ਹੈ, ਇਸ ਕਰਕੇ ਅਸੀਂ ਇਹਨਾਂ ਨੂੰ ਸਟੈਂਡਰਡ ਯੂਨਿਟ ਆਫ ਲੈਂਥ ਨਹੀਂ ਲੈਂਦੇ। ਨੈਕਸਟ ਕੁਐਸਚਨ ਆ ਗਿਆ ਕਿ ਅਸੀਂ ਲੈਂਥ ਇਨ देयर ਇਨਕਰੀਜ਼ਿੰਗ ਮੈਗਨੀਟਿਊਡ ਕਰਨਾ ਹੈ। ਵੱਧਦੇ ਕ੍ਰਮ ਦੇ ਵਿੱਚ ਲਿਖਣਾ ਹੈ। ਸਭ ਤੋਂ ਛੋਟੀ ਜਿਹੜੀ ਹੈ ਇਕਾਈ ਹੈ ਜਿਹਦੇ ਵਿੱਚ 1 ਮਿਲੀਮੀਟਰ, ਦੈਨ ਆ ਜਾਏਗਾ 1 ਸੈਂਟੀਮੀਟਰ, ਫਿਰ 1 ਕਿਲੋਮੀਟਰ, ਦੈਨ ਨੈਕਸਟ ਜਿਹੜਾ ਹੈ ਲਾਸਟ ਵਿੱਚ ਆ ਜਾਏਗਾ 1 ਕਿਲੋਮੀਟਰ। पहले 1 मिलीमीटर, फिर 1 सेंटीमीटर, फिर 1 मीटर, फिर 1 किलोमीटर। फिफ्थ क्वेश्चन है द हाइट ऑफ ए पर्सन इज 1.65 मीटर एक्सप्रेस इनटू सेंटीमीटर एंड मिलीमीटर आल्सो। बच्चों सानू पता है कि 1 मीटर च कितने सेंटीमीटर हुंदे ने 100 सेंटीमीटर हुंदे ने। फिर इस करके ਅਸੀਂ ਇਹਨੂੰ 1.65 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ 100 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੋਂ ਕੀ ਆਨਸਰ ਆ ਜਾਏਗਾ 165 ਸੈਂਟੀਮੀਟਰ। ਜਦੋਂ ਅਸੀਂ ਮਿਲੀਮੀਟਰ ਦੇ ਵਿੱਚ ਕਰਨਾ ਸਾਨੂੰ ਪਤਾ ਕਿ 1 ਮਿਲੀਮੀਟਰ ਦੇ ਵਿੱਚ ਕਿੰਨੇ ਮੀਟਰ ਹੋਣਗੇ 1000 ਮੀਟਰ ਹੋ ਜਾਣਗੇ ਤਾਂ ਅਸੀਂ 1.65 ਨੂੰ 1000 ਮਿਲੀਮੀਟਰ ਦੇ ਨਾਲ ਜਦੋਂ ਮਲਟੀਪਲਾਈ ਕਰਾਂਗੇ ਤਾਂ ਸਾਡਾ ਆਨਸਰ ਜਿਹੜਾ ਹੈ 1650 मिलीमीटर आ जाएगा। नेक्स्ट क्वेश्चन है द डिस्टेंस बिटवीन राधा's home and her school 3250 मीटर एक्सप्रेस डिस्टेंस इनटू किलोमीटर। बच्चे सानू पता है कि किलोमीटर च 1000 मीटर है ਤਾਂ ਇਹਦਾ ਮਤਲਬ 1 ਮੀਟਰ ਦੇ ਵਿੱਚ ਕਿੰਨੇ ਕਿਲੋਮੀਟਰ ਆ ਜਾਣਗੇ 1/1000 ਕਿਲੋਮੀਟਰ। ਤਾਂ ਇਹਦਾ ਆਨਸਰ ਕੀ ਆ ਜਾਏਗਾ ਅਸੀਂ ਇਹਨੂੰ ਕਿਲੋਮੀਟਰ ਦੇ ਵਿੱਚ ਸ਼ੋ ਕਰਨਾ ਤਾਂ 3250 ਨੂੰ ਆਪਾਂ ਕਿੰਨੇ ਨਾਲ ਡਿਵਾਈਡ ਕਰਾਂਗੇ 1000 ਦੇ ਨਾਲ ਡਿਵਾਈਡ ਕਰਾਂਗੇ ਤਾਂ ਇਹਦਾ ਆਨਸਰ ਜਿਹੜਾ ਆ ਜਾਏਗਾ ਉਹ 3.25 ਕਿਲੋਮੀਟਰ ਆ ਜਾਏਗਾ। ਨੈਕਸਟ ਕੁਐਸਚਨ ਹੈ while measuring the length of knitting needle the reading of the scale at one end is 3.0 and the other end is 33.1 what is the length of the needle। ਜਦੋਂ ਆਪਾਂ ਨੀਟਿੰਗ ਨੀਡਲ ਨੂੰ ਸਕੇਲ ਦੇ ਨਾਲ ਮੇਜ਼ਰ ਕੀਤਾ ਇੱਕ ਸਟਾਰਟਿੰਗ ਪੁਆਇੰਟ ਉਹਦਾ 3.0 ਸੀ ਤੇ ਲਾਸਟ ਉਹਦਾ 33.1 ਸੀ ਤਾਂ ਲੈਂਥ ਕਿੰਨੀ ਨਿਕਲੇਗੀ ਨੀਡਲ ਦੀ ਤਾਂ ਆਪਾਂ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ 33.1 ਚੋਂ 3.0 ਮਾਈਨਸ ਕਰਾਂਗੇ ਤਾਂ ਆਨਸਰ ਸਾਡੇ ਕੋਲ ਆ ਜਾਏਗਾ 30.1। Next question है similarity and differences between the motion of bicycle and a ceiling fan that has been switched on। ਕਹਿੰਦੇ ਜਦੋਂ ਅਸੀਂ ਬਾਈਸਾਈਕਲ ਦੀ ਮੋਸ਼ਨ ਤੇ ਸੀਲਿੰਗ ਫੈਨ ਦੀ ਮੋਸ਼ਨ ਦੇ ਵਿੱਚ ਕੀ ਸਿਮਿਲੈਰਿਟੀ ਹੋਏਗੀ ਜਦੋਂ ਅਸੀਂ ਇਹਨਾਂ ਨੂੰ ਸਵਿਚ ਔਨ ਕਰਦੇ ਹਾਂ। ਬੱਚਿਓ ਬਾਈਸਾਈਕਲ ਦੀ ਵੀ ਸਰਕੂਲਰ ਮੋਸ਼ਨ ਹੋ ਜਾਏਗੀ ਸੀਲਿੰਗ ਫੈਨ ਦੀ ਵੀ ਮੋਸ਼ਨ ਸੇਮ ਹੋ ਜਾਏਗੀ ਪਰ ਇਹਨਾਂ ਦੇ ਵਿੱਚ ਡਿਫਰੈਂਸ ਕੀ ਆਏਗਾ ਬਾਈਸਾਈਕਲ ਜਦੋਂ ਚੱਲਦਾ ਤਾਂ ਸਟ੍ਰੇਟ ਚੱਲਦਾ ਜਿਹਨੂੰ ਆਪਾਂ ਰੈਕਟੀਲੀਨੀਅਰ ਮੋਸ਼ਨ ਕਹਿੰਦੇ ਹਾਂ ਜਦਕਿ ਸੀਲਿੰਗ ਫੈਨ ਦੇ ਵਿੱਚ ਇਹ ਚੀਜ਼ ਨਹੀਂ ਆਏਗੀ। ਨੈਕਸਟ ਕੁਐਸਚਨ ਦੇ ਵਿੱਚ ਹੈ ਕਿ ਤੁਸੀਂ ਇਲਾਸਟਿਕ ਮੇਜਰਿੰਗ ਟੇਪ ਨਾਲ ਡਿਸਟੈਂਸ ਨੂੰ ਮੇਜਰ ਨਹੀਂ ਕਰਦੇ what would be the sum of the problem। ਕੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਬੱਚੋ ਇਲਾਸਟਿਕ ਟੇਪ ਦੇ ਨਾਲ ਅਸੀਂ ਡਿਸਟੈਂਸ ਜਿਹੜਾ ਉਹ ਮੇਜਰ ਨਹੀਂ ਕਰਦੇ ਕਿਉਂਕਿ ਇਹਦੇ ਨਾਲ ਇਨਕਰੈਕਟ ਜਿਹੜੀ ਹੈ ਉਹ measurement हो जाती है। Next, give two example of periodic motion: rotation of earth or pendulum and vibrating wire or guitar etc। होप बच्चों ਤੁਹਾਨੂੰ ਇਹ ਲੈਸਨ ਜਿਹੜਾ ਹੈ ਉਹ ਸਮਝ ਆ ਗਿਆ ਹੋਵੇਗਾ। थैंक यू।